ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਉਹਨਾਂ ਖਬਰਾਂ ਜਿਹੜੀਆਂ ਕੈਨੇਡਾ ਵਿੱਚ ਹਫ਼ਤਾ ਭਰ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਹੈਡਲਾਈਨਸ ਤੇ। ਕੈਨੇਡਾ 'ਚ ਆਈ ਪਾਇਲਟਾਂ ਦੀ ਕਮੀ, ਉਡਾਨਾਂ ਹੋ ਰਹੀਆਂ ਨੇ ਰੱਦ। ਪੰਜਾਬੀ ਵੱਲੋਂ 3 ਸਟੋਰਾਂ ਤੇ ਚੋਰੀ, ਪੁਲਿਸ ਨੇ ਕੀਤਾ ਗ੍ਰਿਫਤਾਰ। ਬਰਫ਼ ਵਿੱਚ ਬਾਰਡਰ ਪਾਰ ਕਰਨਾ ਬਣਿਆ ਖਤਰਨਾਕ, ਆਰਸੀਆਂ ਪੀ ਬਚਾਈ ਵਿਅਕਤੀ ਦੀ ਜਾਨ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਨਸ਼ਾ ਕੀਤਾ ਲੀਗਲ, ਦੇਸ਼ਾਂ ਦੇ 5 ਗ੍ਰਾਮ ਨਸ਼ਾ ਰੱਖਣ ਤੇ ਨਹੀਂ ਹੋਵੇਗਾ ਪਰਚਾ। IRCC ਵੱਲੋਂ ਇਸ ਹਫ਼ਤੇ ਵੱਡੀ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਹੁਣ ਜਿਨ੍ਹਾਂ ਨੇ ਕੈਨੇਡਾ ਆਉਣਾ ਹੈ ਉਹਨਾਂ ਨੂੰ ਇਕੱਲੀ ਆਇਲਸ ਕਰਨ ਦੀ ਜ਼ਰੂਰਤ ਨਹੀਂ ਹੋਏਗੀ। PTE ਕਰਕੇ ਵੀ ਕੈਨੇਡਾ ਆਇਆ ਜਾ ਸਕੇਗਾ। ਇਕਨੋਮਿਕ ਪ੍ਰੋਗਰਾਮ ਵਾਸਤੇ ਉਹਨਾਂ ਵੱਲੋਂ ਇੱਕ ਖਾਸ ਵੱਡਾ ਐਲਾਨ ਕੀਤਾ ਗਿਆ। ਇਸ ਬਾਰੇ ਕੀ ਹੈ ਪੂਰੀ ਡਿਟੇਲ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। IRCC ਵੱਲੋਂ ਇਮੀਗ੍ਰੇਸ਼ਨ ਦੀਆਂ ਅਰਜ਼ੀਆਂ ਨਾਲ ਜੁੜਿਆ ਹੋਇਆ ਨਵਾਂ ਫੈਸਲਾ ਲਿਆ ਗਿਆ, ਜਿੱਥੇ ਉਹਨਾਂ ਵੱਲੋਂ ਪੀਅਰਸਨ ਟੈਸਟ ਆਫ ਇੰਗਲਿਸ਼ ਨੂੰ ਮਾਨਤਾ ਦੇ ਦਿੱਤੀ ਗਈ ਹੈ, ਜਿਸ ਦਾ ਭਾਵ ਹੈ ਕਿ ਹੁਣ ਆਇਲਸ ਤੋਂ ਬਿਨਾਂ PTE ਕਰਕੇ ਵੀ ਕੈਨੇਡਾ ਜਾਇਆ ਜਾ ਸਕੇਗਾ। IRCC ਵੱਲੋਂ ਇਸ ਸੰਬੰਧੀ ਐਲਾਨ ਕਰ ਦਿੱਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ ਕੈਨੇਡਾ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ਵਾਸਤੇ ਉਹਨਾਂ ਵੱਲੋਂ ਪੀਅਰਸਨ ਟੈਸਟ ਆਫ ਇੰਗਲਿਸ਼ ਨੂੰ ਮਾਨਤਾ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2023 ਦੇ ਆਖਿਰ ਤੱਕ ਪੀਅਰਸਨ ਟੈਸਟ ਆਫ ਇੰਗਲਿਸ਼ CELPIP ਅਤੇ ਆਇਲਸ ਜਨਰਲ ਟ੍ਰੇਨਿੰਗ ਨਾਲ ਸ਼ਾਮਿਲ ਹੋ ਜਾਵੇਗਾ। ਇਹ ਟੈਸਟ ਇਕਨੋਮਿਕ ਕਲਾਸ ਕੈਂਡੀਡੇਟਸ ਵਾਸਤੇ ਹੁੰਦੇ ਹਨ। PTE ਨੂੰ ਜੋ ਮਾਨਤਾ ਮਿਲੀ ਹੈ, ਉਸ ਤੋਂ ਬਾਅਦ ਹੁਣ ਕੁੱਲ 5 ਲੈਂਗੁਏਜ ਟੈਸਟ ਹੋ ਗਏ ਨੇ, ਜੋ ਕਿ ਇਕਨੋਮਿਕ ਕਲਾਸ ਇਮੀਗ੍ਰੇਸ਼ਨ ਕੈਂਡੀਡੇਟ ਵਾਸਤੇ ਉਪਲਬਧ ਹਨ। ਫਿਲਹਾਲ IRCC ਵੱਲੋਂ ਅਜੇ ਤੱਕ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਐਪਲੀਕੈਂਟਸ ਕਦੋਂ PTE ਜਮ੍ਹਾਂ ਕਰਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਇਕਨੋਮਿਕ ਕਲਾਸ ਇਮੀਗ੍ਰੈਂਟਸ ਨੂੰ 10 ਅਲੱਗ-ਅਲੱਗ ਪਾਥਵੇ ਦਿੱਤੇ ਜਾਂਦੇ ਹਨ। ਇਮੀਗ੍ਰੇਸ਼ਨ ਲੈਵਲਸ ਪਲਾਨ ਸਾਲ 2023 ਤੋਂ ਸਾਲ 2025 ਵਿੱਚ PNP ਅਤੇ ਐਕਸਪ੍ਰੈਸ ਐਂਟਰੀ ਨੂੰ ਤਰਜੀਹ ਦਿੱਤੀ ਗਈ ਹੈ। ਬਰੈਂਪਟਨ ਵਿੱਚ ਲਗਾਤਾਰ ਕਾਰ ਚੋਰੀ ਦੇ ਮਾਮਲੇ ਵਧ ਰਹੇ ਨੇ। ਇਹਨਾਂ ਨੂੰ ਰੋਕਣ ਵਾਸਤੇ ਖਾਸ ਕਦਮ ਚੁੱਕਿਆ ਜਾ ਰਿਹਾ ਹੈ, ਜਿੱਥੇ ਚਾਬੀਆਂ ਦੇ ਕਵਰ ਵੰਡੇ ਜਾਣਗੇ। ਖਾਸ ਚਾਬੀਆਂ ਦੇ ਕਵਰ ਨੇ ਜਿਨ੍ਹਾਂ ਨਾਲ ਬਰੈਂਪਟਨ ਦੇ ਵਿੱਚ ਕਾਰ ਚੋਰੀ ਦੇ ਮਾਮਲੇ ਰੁਕ ਸਕਣਗੇ। ਮੇਅਰ ਵੱਲੋਂ ਇਸ ਸੰਬੰਧੀ ਪ੍ਰਸਤਾਵ ਲਿਆਂਦਾ ਗਿਆ। ਬਰੈਂਪਟਨ ਦੇ ਵਿੱਚ ਕਾਰਾਂ ਚੋਰੀ ਹੋ ਰਹੀਆਂ ਨੇ ਤੇ ਕਾਰਾਂ ਚੋਰੀ ਹੋਣ ਦੇ ਮਾਮਲੇ ਲਗਾਤਾਰ ਵਧ ਰਹੇ ਨੇ, ਪਰ ਹੁਣ ਬਰੈਂਪਟਨ ਦੇ ਵਿੱਚ ਗੱਡੀ ਚੋਰੀ ਹੋਣ ਤੋਂ ਰੋਕੀ ਜਾ ਸਕੇਗੀ, ਜਿਸ ਵਾਸਤੇ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ। ਮੇਅਰ ਵੱਲੋਂ ਸਿਗਨਲ ਰੋਕਣ ਵਾਲੇ ਚਾਬੀ ਕਵਰ ਵੰਡਣ ਦਾ ਪ੍ਰਸਤਾਵ ਰੱਖਿਆ ਗਿਆ। ਜੀ ਹਾਂ, ਬਰੈਂਪਟਨ ਵਿੱਚ ਰਹਿੰਦੇ ਹਜ਼ਾਰਾਂ ਲੋਕਾਂ ਨੂੰ ਜਲਦ ਹੀ ਅਜਿਹੇ ਸਿਗਨਲ ਰੋਕਣ ਵਾਲੇ ਚਾਬੀ ਕਵਰ ਦਿੱਤੇ ਜਾ ਸਕਦੇ ਨੇ, ਜਿਹੜੇ ਉਹਨਾਂ ਦੀਆਂ ਕਾਰਾਂ ਨੂੰ ਚੋਰੀ ਹੋਣ ਤੋਂ ਬਚਾ ਸਕਦੇ ਨੇ। ਮੇਅਰ ਪੈਟਰਿਕ ਬਰਾਊਨ ਵੱਲੋਂ ਇੱਕ ਅਜਿਹਾ ਪ੍ਰਸਤਾਵ ਲਿਆਂਦਾ ਗਿਆ। ਇਸ ਨਵੇਂ ਪ੍ਰਸਤਾਵ ਅਧੀਨ ਸਿਟੀ ਵੱਲੋਂ ਕਾਰ ਮਾਲਕਾਂ ਨੂੰ ਮੁਫਤ ਵਿੱਚ ਵਿਸ਼ੇਸ਼ ਚਾਬੀ ਕਵਰ ਦਿੱਤੇ ਜਾਣਗੇ। ਬਰੈਂਪਟਨ ਦੇ 5 ਇਲਾਕਿਆਂ ਵਿੱਚ ਰਹਿਣ ਵਾਲੇ ਕਾਰ ਮਾਲਕਾਂ ਨੂੰ ਇਹ ਖਾਸ ਕਵਰ ਉਪਲਬਧ ਕਰਵਾਏ ਜਾ ਸਕਦੇ ਨੇ। ਬਰੈਂਪਟਨ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਵਿੱਚ ਵਾਧੇ ਦੇ ਮੱਦੇਨਜ਼ਰ ਸਿਟੀ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਖਾਸ ਚਾਬੀ ਕਵਰ ਤਿਆਰ ਕੀਤੇ ਗਏ ਇੱਕ ਪਾਊਚ ਹੁੰਦੇ ਨੇ, ਜਿਸ ਨਾਲ ਰੇਡੀਓ ਤਰੰਗਾਂ ਨੂੰ ਹੈਕ ਕਰਕੇ ਹੋਣ ਵਾਲੀ ਕਾਰਾਂ ਦੀ ਚੋਰੀ ਨੂੰ ਰੋਕਿਆ ਜਾ ਸਕਦਾ ਹੈ। ਚੋਰਾਂ ਵੱਲੋਂ ਜ਼ਿਆਦਾਤਰ ਉਹਨਾਂ ਕਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜੋ ਕਿ ਚਾਬੀ ਤੋਂ ਬਿਨਾਂ ਪੁਸ਼ ਬਟਨ ਰਾਹੀਂ ਸਟਾਰਟ ਹੁੰਦੀਆਂ ਨੇ। ਇਹਨਾਂ ਕਾਰਾਂ ਵਿੱਚ ਅਜਿਹਾ ਸਿਸਟਮ ਹੁੰਦਾ ਹੈ ਕਿ ਕਾਰ ਚਾਬੀ ਲਗਾਏ ਬਿਨਾਂ ਹੀ ਸਿਗਨਲ ਰਾਹੀਂ ਸਪਾਟ ਹੋ ਜਾਂਦੀ ਹੈ। ਚੋਰ ਆਪਣੇ ਟਰਾਂਸਮੀਟਰ ਰਾਹੀਂ ਘਰ ਦੇ ਵਿੱਚ ਪਏ ਕਾਰ ਦੇ ਫੋਬ ਨੂੰ ਸਿਗਨਲ ਭੇਜਦੇ ਨੇ, ਜਿਸ ਤੋਂ ਕਾਰ ਦੇ ਇੰਜਨ ਵਿੱਚ ਇਹ ਸਿਗਨਲ ਮਿਲਦਾ ਹੈ ਕਿ ਤੁਸੀਂ ਕਾਰ ਦੇ ਨਜ਼ਦੀਕ ਹੋ ਤੇ ਚੋਰੀ ਆਸਾਨੀ ਨਾਲ ਹੋ ਜਾਂਦੀ ਹੈ। ਕਮਾਲ ਦੀ ਗੱਲ ਹੈ ਕਿ ਇਹ ਕੁਝ 60 ਸੈਕਿੰਡ ਦੇ ਵਿੱਚ ਹੋ ਸਕਦਾ ਹੈ। ਇਸ ਬਾਰੇ ਮੇਅਰ ਬਰਾਊਨ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਕਾਰ ਚੋਰੀਆਂ ਕਾਰਨ ਜਿੱਥੇ ਬਰੈਂਪਟਨ ਨਿਵਾਸੀਆਂ ਦਾ ਲੱਖਾਂ ਡਾਲਰਾਂ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਦੂਜੇ ਪਾਸੇ ਘਟਨਾਵਾਂ ਸ਼ਹਿਰ ਵਿੱਚ ਇੰਸ਼ੋਰੈਂਸ ਮਹਿੰਗੀਆਂ ਹੋਣ ਦਾ ਵੀ ਵੱਡਾ ਕਾਰਨ ਹੈ। ਨਵਾਂ ਪ੍ਰਸਤਾਵ ਪੀਲ ਪੁਲਿਸ ਦੁਆਰਾ ਕਾਰ ਚੋਰੀਆਂ ਨਾਲ ਸੰਬੰਧਿਤ ਜਾਰੀ ਕੀਤੇ ਨਵੇਂ ਆંકੜਿਆਂ ਤੋਂ ਬਾਅਦ ਆਇਆ। ਪੁਲਿਸ ਦੇ ਆંકੜਿਆਂ ਮੁਤਾਬਕ ਸਾਲ 2019 ਦੀ ਤੁਲਨਾ ਵਿੱਚ ਪਿਛਲੇ ਸਾਲ ਕਾਰ ਚੋਰੀ ਦੀਆਂ ਵਾਰਦਾਤਾਂ ਵਿੱਚ 92% ਦਾ ਵਾਧਾ ਹੋਇਆ। ਸਾਲ 2019 ਵਿੱਚ 3119 ਕਾਰਾਂ ਚੋਰੀ ਹੋਈਆਂ, ਪਰ ਸਾਲ 2022 ਦੇ ਵਿੱਚ 5811 ਕਾਰ ਚੋਰੀ ਦੇ ਮਾਮਲੇ ਦਰਜ ਕੀਤੇ ਗਏ। ਇਸ ਹਫ਼ਤੇ ਨਸ਼ੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। 400 ਕਿਲੋ ਦਾ ਨਸ਼ਾ ਬਰਾਮਦ ਕੀਤਾ ਗਿਆ। 4 ਜਣੇ ਇਸ ਸੰਬੰਧੀ ਗ੍ਰਿਫਤਾਰ ਕੀਤੇ ਗਏ। ਪੁਲਿਸ ਵੱਲੋਂ ਪ੍ਰੋਜੈਕਟ ਚਲਾਇਆ ਜਾ ਰਿਹਾ ਸੀ, ਜਿਸ ਦੀ ਉਹਨਾਂ ਵੱਲੋਂ ਡਿਟੇਲ ਦਿੱਤੀ ਗਈ ਹੈ। ਨਸ਼ੇ ਖਿਲਾਫ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ, ਜਿੱਥੇ 400 ਕਿਲੋ ਨਸ਼ਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਨਸ਼ੇ ਦੇ ਇਸ ਮਾਮਲੇ ਦੇ ਵਿੱਚ 4 ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵੱਲੋਂ ਮੈਕਸੀਕੋ ਤੋਂ ਨਸ਼ਾ ਲਿਆਂਦਾ ਜਾ ਰਿਹਾ ਸੀ, ਜੋ ਕਿ ਪੁਲਿਸ ਦੇ ਹੱਥ ਲੱਗ ਗਿਆ।
ਪੁਲਿਸ ਵੱਲੋਂ ਇੱਕ ਪ੍ਰੋਜੈਕਟ ਚਲਾਇਆ ਗਿਆ ਜਿਸ ਤਹਿਤ ਉਹਨਾਂ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਹੁਣ ਤੱਕ ਦੀ ਨਵੰਬਰ ਮਹੀਨੇ ਤੋਂ ਬਾਅਦ ਦੀ ਇਹ ਵੱਡੀ ਨਸ਼ੇ ਦੀ ਬਰਾਮਦਗੀ ਮੰਨੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਉਹਨਾਂ ਵੱਲੋਂ ਅਕਤੂਬਰ ਮਹੀਨੇ ਦੌਰਾਨ ਕੀਤੀ ਗਈ, ਜਿੱਥੇ ਉਹਨਾਂ ਨੇ 390 ਕਿਲੋ ਦਾ ਨਸ਼ਾ ਬਰਾਮਦ ਕੀਤਾ, ਜਿਸ ਵਿੱਚ 364 ਕਿਲੋ ਕ੍ਰਿਸਟਲ ਮੈਥਮਫੈਟਾਮਾਈਨ, 20 ਕਿਲੋ ਕੋਕੇਨ, 3.8 ਕਿਲੋ ਫੈਂਟਾਨਿਲ ਅਤੇ ਹੋਰ ਵੀ ਕਈ ਚੀਜ਼ਾਂ ਸਨ। ਫਿਰ ਪੁਲਿਸ ਅਧਿਕਾਰੀਆਂ ਵੱਲੋਂ 17 ਜਨਵਰੀ ਦੌਰਾਨ 15 ਸਰਚ ਵਾਰੰਟ ਐਗਜ਼ੀਕਿਊਟ ਕੀਤੇ ਗਏ, ਜੋ ਕਿ ਇਸੇ ਜਾਂਚ ਦਾ ਹੀ ਹਿੱਸਾ ਸਨ। 7 ਘਰਾਂ ਦੇ ਉੱਪਰ ਛਾਪੇਮਾਰੀ ਕੀਤੇ ਜਾਣ ਦੀ ਵੀ ਖਬਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਨਵੰਬਰ 2022 ਦੌਰਾਨ ਵੀ 520 ਕਿਲੋ ਦਾ ਨਸ਼ਾ ਬਰਾਮਦ ਕੀਤਾ ਗਿਆ, ਜਿਸ ਵਿੱਚ ਕ੍ਰਿਸਟਲ ਮੈਥਮਫੈਟਾਮਾਈਨ, ਕੋਕੇਨ ਅਤੇ ਹੋਰ ਵੀ ਕਈ ਚੀਜ਼ਾਂ ਸ਼ਾਮਿਲ ਸਨ। ਉਸ ਵੇਲੇ ਵੀ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਪ੍ਰੋਜੈਕਟ ਚਲਾਇਆ ਜਾ ਰਿਹਾ ਸੀ। ਕਾਰਵਾਈ ਕਰਦਿਆਂ ਕਈਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਜਿਨ੍ਹਾਂ ਦੀ ਪਹਿਚਾਣ ਜਨਤਕ ਕੀਤੀ ਗਈ। ਇਹ ਗ੍ਰਿਫਤਾਰ ਕੀਤੇ ਵਿਅਕਤੀ ਟੋਰਾਂਟੋ ਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਤਾਜ਼ਾ ਮਾਮਲਾ ਜੋ ਸਾਹਮਣੇ ਆਇਆ ਉਸ ਸੰਬੰਧੀ ਪੁਲਿਸ ਵੱਲੋਂ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਉਹਨਾਂ ਵੱਲੋਂ ਸਾਂਝੀ ਕੀਤੀ ਜਾਵੇਗੀ। ਕੈਲੀਫੋਰਨੀਆ ਵਿੱਚ 6 ਜਾਣਿਆਂ ਦਾ ਕਤਲ ਕੀਤਾ ਗਿਆ। ਇਸ ਮਾਮਲੇ ਨੂੰ ਟਾਰਗੇਟਡ ਦੱਸਿਆ ਗਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ 2 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ। ਪੀੜਤ ਅਤੇ ਸਸਪੈਕਟ ਦੋਹਾਂ ਦੇ ਹੀ ਨਾਮ ਦੱਸੇ ਗਏ। ਦੱਸ ਦਈਏ ਕਿ 6 ਜਾਣਿਆਂ ਵਿੱਚ 10 ਮਹੀਨੇ ਦਾ ਮਾਸੂਮ ਬੱਚਾ ਵੀ ਸੀ, ਜਿਸ ਦਾ ਕਤਲ ਕਰ ਦਿੱਤਾ ਗਿਆ। ਕੈਲੀਫੋਰਨੀਆ ਤੋਂ ਟਾਰਗੇਟ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ, ਜਿਸ ਸੰਬੰਧੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ 2 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਟਾਰਗੇਟ ਕਿਲਿੰਗ ਵਿੱਚ 6 ਜਾਣਿਆਂ ਦੀ ਮੌਤ ਹੋ ਗਈ, ਜਿਸ ਬਾਰੇ ਸ਼ੈਰਿਫ ਵੱਲੋਂ ਡਿਟੇਲ ਸਾਂਝੀ ਕੀਤੀ ਗਈ ਹੈ। ਅਥਾਰਟੀਜ਼ ਨੇ ਦੱਸਿਆ ਕਿ ਇਹ ਮਾਮਲਾ ਪਿਛਲੇ ਮਹੀਨੇ ਸੈਂਟਰਲ ਕੈਲੀਫੋਰਨੀਆ ਤੋਂ ਸਾਹਮਣੇ ਆਇਆ, ਜਿੱਥੇ 6 ਜਾਣਿਆਂ ਦਾ ਕਤਲ ਕਰ ਦਿੱਤਾ ਗਿਆ। ਕਾਰਵਾਈ ਕਰਦਿਆਂ ਜਿਹੜੇ 2 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਉਹਨਾਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਇੱਕ ਦਾ ਨਾਮ ਐਂਜਲ, ਜਿਸ ਦੀ ਉਮਰ 35 ਸਾਲ ਤੇ ਦੂਸਰੇ ਦਾ ਨਾਮ ਨੋਆ, ਉਮਰ 25 ਸਾਲ ਦੇ ਕਰੀਬ ਦੱਸੀ ਗਈ। ਇਨ੍ਹਾਂ ਉੱਪਰ ਪੁਲਿਸ ਵੱਲੋਂ ਚਾਰਜਿਸ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਆਫੀਸਰਸ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਨਾਲ ਜੁੜੇ ਹੋਏ ਪੀੜਤ ਇੱਕ ਪਰਿਵਾਰ ਦੇ ਹੀ ਮੈਂਬਰ ਸਨ, ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਕਤਲ ਵਿੱਚ 10 ਮਹੀਨਿਆਂ ਦੇ ਮਾਸੂਮ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇੱਕ ਸਰਵੇਲੈਂਸ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਤੋਂ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ, ਜਿਸ ਵਿੱਚ ਮਾਂ ਵੱਲੋਂ ਜਾਨ ਬਚਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੀੜਤਾਂ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕੀਤੀ ਗਈ, ਜਿਨ੍ਹਾਂ ਦੇ ਨਾਮ ਕੁਝ ਇਸ ਪ੍ਰਕਾਰ ਦੱਸੇ ਗਏ। ਐਲਾਡੀਨੋ ਉਮਰ 52 ਸਾਲ, ਮਾਰਕਸ ਉਮਰ 19 ਸਾਲ, ਜੈਨੀਫਰ ਉਮਰ 49 ਸਾਲ, ਰੋਜ਼ਾ 72 ਸਾਲ, ਐਲਿਸਾ 16, ਨਿਕੋਲਸ 10 ਮਹੀਨਿਆਂ ਦਾ ਬੱਚਾ ਦੱਸਿਆ ਗਿਆ ਹੈ। ਫਿਲਹਾਲ ਇਸ ਸੰਬੰਧੀ ਵਧੇਰੇ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਹਫਤੇ ਐਕਸਪ੍ਰੈਸ ਐਂਟਰੀ ਦਾ ਡਰਾਅ ਕੱਢਿਆ ਗਿਆ, ਜਿਸ ਵਿੱਚ ਪੀਆਰ ਦੇ ਸੱਦੇ ਜਾਰੀ ਕੀਤੇ ਗਏ ਨੇ। ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ, ਪਰ ਪਿਛਲੇ ਡਰਾਅ ਦੇ ਮੁਕਾਬਲੇ ਇਸ ਵਾਰ ਘੱਟ ਉਮੀਦਵਾਰਾਂ ਨੂੰ ਹੀ ਇਨਵੀਟੇਸ਼ਨ ਦਿੱਤੇ ਗਏ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ IRCC ਵੱਲੋਂ ਐਕਸਪ੍ਰੈਸ ਐਂਟਰੀ ਦੇ ਡਰਾਅ ਦਾ ਐਲਾਨ ਕੀਤਾ ਗਿਆ। ਇਸ ਵਾਰ ਘੱਟ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਨੇ। IRCC ਵੱਲੋਂ ਡਿਟੇਲ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਤਾਜ਼ਾ ਡਰਾਅ ਵਿੱਚ 800 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਨੇ। ਦੱਸ ਦਈਏ ਕਿ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜੋ ਡਰਾਅ ਐਲਾਨ ਕੀਤਾ ਗਿਆ, ਉਸ ਵਿੱਚ 893 PNP ਕੈਂਡੀਡੇਟਸ ਨੂੰ ਸੱਦੇ ਮਿਲੇ ਤੇ ਇਸ ਡਰਾਅ ਵਿੱਚ ਇਨਵੀਟੇਸ਼ਨ ਹਾਸਲ ਕਰਨ ਵਾਸਤੇ ਉਹਨਾਂ ਨੂੰ 733 ਸਕੋਰਸ ਦੀ ਜ਼ਰੂਰਤ ਰਹੀ। ਦੱਸ ਦਈਏ ਕਿ 23 ਨਵੰਬਰ ਤੋਂ 11 ਜਨਵਰੀ ਦੇ ਵਿਚਕਾਰ ਕੋਈ ਵੀ ਡਰਾਅ ਐਲਾਨ ਨਹੀਂ ਕੀਤਾ ਗਿਆ। ਕੁਝ ਸਮੇਂ ਬਾਅਦ ਹੀ ਡਰਾਅ ਦੇ ਉੱਪਰ ਰੋਕ ਲਗਾਈ ਗਈ ਸੀ ਤੇ ਮੁੜ ਤੋਂ ਹੁਣ ਡਰਾਅ ਕੱਢਣੇ ਸ਼ੁਰੂ ਕਰ ਦਿੱਤੇ ਗਏ ਨੇ। IRCC ਵੱਲੋਂ 11 ਜਨਵਰੀ ਤੋਂ ਬਾਅਦ 18 ਜਨਵਰੀ ਨੂੰ ਡਰਾਅ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ 11 ਜਨਵਰੀ ਨੂੰ ਜੋ ਡਰਾਅ ਕੱਢਿਆ ਗਿਆ, ਉਸ ਵਿੱਚ 5500 ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਤੇ 507 ਸਕੋਰਸ ਦੀ ਜ਼ਰੂਰਤ ਰਹੀ। 18 ਜਨਵਰੀ ਦੇ ਡਰਾਅ ਦੇ ਵਿੱਚ 5500 ਉਮੀਦਵਾਰਾਂ ਨੂੰ ਹੀ ਸੱਦੇ ਦਿੱਤੇ ਗਏ, ਪਰ ਇਸ ਦੌਰਾਨ 490 ਸਕੋਰਸ ਦੀ ਜ਼ਰੂਰਤ ਰਹੀ। 에ਅਰਲਾਈਨ ਇੰਡਸਟਰੀ ਵਾਸਤੇ ਇੱਕ ਨਵੀਂ ਮੁਸ਼ਕਿਲ ਖੜੀ ਹੋ ਗਈ ਹੈ। ਪਹਿਲਾਂ ਤਾਂ ਕਰੋਨਾ ਕਾਰਨ ਯਾਤਰਾ ਸੰਬੰਧੀ ਪਾਬੰਦੀਆਂ ਲੱਗੀਆਂ ਤੇ ਹੁਣ ਪਾਇਲਟ ਦੀ ਕਮੀ ਦੇ ਕਾਰਨ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਜੂਦਾ ਸਮੇਂ ਵੱਖ-ਵੱਖ 에ਅਰਲਾਈਨਸ ਇਸ ਗੱਲ ਦੇ ਵੱਲ ਧਿਆਨ ਦਿਵਾ ਰਹੀਆਂ ਨੇ ਕਿ ਪਾਇਲਟ ਕਾਫੀ ਘੱਟ ਹਨ, ਜਿਸ ਤੋਂ ਬਾਅਦ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕਈ ਉਡਾਨਾਂ ਵੀ ਰੱਦ ਹੋ ਰਹੀਆਂ ਨੇ। ਕੈਨੇਡਾ ਦੀਆਂ 에ਅਰਲਾਈਨਸ ਵਾਸਤੇ ਨਵੀਂ ਚੁਣੌਤੀ ਖੜੀ ਹੋ ਗਈ ਹੈ, ਜਿੱਥੇ ਪਾਇਲਟਾਂ ਦੀ ਕਮੀ ਹੈ, ਜਿਸ ਕਾਰਨ ਕੈਨੇਡਾ ਦੀ ਹਵਾਈ ਆਵਾਜਾਈ ਇਸ ਸਮੇਂ ਚਿੰਤਾ ਵਿੱਚ ਹੈ। ਜੀ ਹਾਂ, ਕਈ ਚੀਜ਼ਾਂ ਨੂੰ ਲੈ ਕੇ ਟਰੈਵਲ ਇੰਡਸਟਰੀ ਨੇ ਉਤਾਰ ਚੜਾਅ ਮਹਿਸੂਸ ਕੀਤੇ ਨੇ। ਕਈ ਵਾਰ ਟਰੈਵਲ ਕਾਰਨ ਰੋਕਾਂ ਲੱਗ ਗਈਆਂ ਤੇ ਕਈ ਵਾਰ ਖਰਾਬ ਮੌਸਮ ਦੇ ਕਾਰਨ 에ਅਰਲਾਈਨ ਇੰਡਸਟਰੀ ਪ੍ਰਭਾਵਿਤ ਹੋਈ ਹੈ। ਪਰ ਇੱਕ ਵਾਰ ਫਿਰ ਤੋਂ 에ਅਰਲਾਈਨ ਇੰਡਸਟਰੀ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿਸ ਵੇਲੇ ਹਵਾਈ ਯਾਤਰਾ ਦੀ ਮੰਗ ਸਾਲ 2019 ਦੇ ਪੱਧਰ ਤੇ ਵਾਪਸ ਪਹੁੰਚੀ ਹੈ ਤਾਂ ਇੱਕ ਨਵਾਂ ਮਸਲਾ ਖੜਾ ਹੋ ਗਿਆ। ਇਹ ਮਸਲਾ ਹੈ ਪਾਇਲਟਾਂ ਦੀ ਘਾਟ। ਟਰਾਂਸਪੋਰਟ ਕੈਨੇਡਾ ਮੁਤਾਬਕ ਮਹਾਮਾਰੀ ਤੋਂ ਪਹਿਲਾਂ ਵਾਲੇ ਸਮਿਆਂ ਵਿੱਚ ਇੱਕ ਸਾਲ ਅੰਦਰ ਅੰਦਾਜ਼ਨ 1100 ਪਾਇਲਟ ਲਾਇਸੈਂਸ ਜਾਰੀ ਕੀਤੇ ਜਾਂਦੇ ਸਨ। ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਪਾਇਲਟਾਂ ਦੇ ਜੁੜ ਜਾਣ ਨਾਲ ਕੁੱਲ ਪਾਇਲਟਾਂ ਦੀ ਸੰਖਿਆ ਏਅਰ ਕੈਨੇਡਾ ਅਤੇ ਵੈਸਟ ਜੈਟ ਵਰਗੀਆਂ ਵੱਡੀਆਂ ਏਅਰਲਾਈਨਾਂ ਸਮੇਤ ਰੀਜਨਲ ਏਅਰਲਾਈਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਵੀ ਕਾਫੀ ਹੁੰਦੀ ਸੀ। ਪਰ 2020 ਵਿੱਚ ਹਵਾਈ ਯਾਤਰਾ ਦੀ ਮੰਗ ਘਟ ਗਈ, ਜਿਸ ਤੋਂ ਬਾਅਦ ਨਵੇਂ ਪਾਇਲਟਾਂ ਦੀ ਗਿਣਤੀ ਘਟ ਗਈ। ਸਰਕਾਰੀ ਅੰਕੜੇ ਦੱਸਦੇ ਨੇ ਕਿ ਸਾਲ 2020 ਵਿੱਚ 500 ਤੋਂ ਵੀ ਘੱਟ ਲਾਇਸੈਂਸ ਜਾਰੀ ਕੀਤੇ ਗਏ। ਫਿਰ 2021 ਵਿੱਚ 300 ਲਾਇਸੈਂਸ ਤੇ ਪਿਛਲੇ ਸਾਲ ਤਾਂ ਸਿਰਫ 238 ਲਾਇਸੈਂਸ ਹੀ ਦਿੱਤੇ ਗਏ ਹਨ। ਵਿਭਾਗ ਦਾ ਕਹਿਣਾ ਹੈ ਕਿ ਏਅਰਲਾਈਨ ਸੈਕਟਰ ਦੇ ਵਿੱਚ ਕਾਮਿਆਂ ਦੀ ਘਾਟ ਇੱਕ ਚੁਣੌਤੀ ਬਣੀ ਹੋਈ ਹੈ। ਫਿਲਹਾਲ ਨਿਯਮਾਂ ਵਿੱਚ ਨਰਮਾਈ ਕਾਰਨ ਕੋਈ ਪਲਾਨ ਨਹੀਂ ਬਣਾਇਆ ਗਿਆ। ਦਸੰਬਰ ਦੇ ਅਖੀਰਲੇ ਹਫ਼ਤੇ ਵਿੱਚ ਸਨਵਿੰਗ ਏਅਰਲਾਈਨਸ ਦੀਆਂ 67 ਫਲਾਈਟਾਂ ਰੱਦ ਹੋਣ ਦਾ ਇੱਕ ਕਾਰਨ ਸਟਾਫ ਦੀ ਕਮੀ ਰਹੀ। ਵੱਡੀਆਂ ਏਅਰਲਾਈਨਸ ਵਿੱਚ ਤਜਰਬੇਕਾਰ ਪਾਇਲਟਾਂ ਦੀ ਤਨਖਾਹ ਵਧੇਰੇ ਅਤੇ ਤੇਜ਼ੀ ਨਾਲ ਵਧੀਆਂ ਨੇ, ਜਿਸ ਕਾਰਨ ਪਾਇਲਟ ਆਪਣੀ ਮਰਜ਼ੀ ਮੁਤਾਬਕ ਏਅਰਲਾਈਨ ਦੀ ਚੋਣ ਕਰਦੇ ਹਨ। ਨਤੀਜੇ ਵਜੋਂ ਹੋਰ ਏਅਰਲਾਈਨਾਂ ਵਾਸਤੇ ਪਾਇਲਟਾਂ ਦੀ ਘਾਟ ਹੋ ਜਾਂਦੀ ਹੈ। ਇਸ ਬਾਰੇ ਏਅਰ ਟਰਾਂਸਪੋਰਟੇਸ਼ਨ ਐਸੋਸੀਏਸ਼ਨ ਆਫ ਕੈਨੇਡਾ ਦੇ ਮੁਖੀ ਦਾ ਕਹਿਣਾ ਹੈ ਕਿ ਇਹ ਸਮੱਸਿਆ ਪੈਂਡੇਮਿਕ ਤੋਂ ਵੀ ਪਹਿਲਾਂ ਮੌਜੂਦ ਸੀ। ਉਨ੍ਹਾਂ ਕਿਹਾ ਕਿ ਰੀਜਨਲ ਪੱਧਰ ਤੇ ਪਹਿਲਾਂ ਤੋਂ ਹੀ ਪਾਇਲਟਾਂ ਦੀ ਕਮੀ ਨਜ਼ਰ ਆ ਰਹੀ ਹੈ। ਪਰ ਦੂਜੇ ਪਾਸੇ ਵੱਡੀਆਂ ਏਅਰਲਾਈਨਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਾਖ ਅਤੇ ਵਕਾਰ ਕਾਰਨ ਪਾਇਲਟਾਂ ਦਾ ਉਨ੍ਹਾਂ ਵੱਲ ਆਕਰਸ਼ਿਤ ਹੋਣਾ ਸੁਭਾਵਿਕ ਹੈ। ਜੰਮੀ ਬਰਫ਼ ਵਿੱਚ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਖਤਰਨਾਕ ਸਾਬਿਤ ਹੋਈ ਹੈ। ਆਰਸੀਐਮਪੀ ਵੱਲੋਂ ਇੱਕ ਵਿਅਕਤੀ ਦੀ ਜਾਨ ਬਚਾਈ ਗਈ। ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਇਹ ਵਿਅਕਤੀ ਉਹਨਾਂ ਨੂੰ ਨਹੀਂ ਮਿਲ ਰਿਹਾ, ਜਿਸ ਤੋਂ ਬਾਅਦ ਭਾਲ ਕੀਤੀ ਜਾ ਰਹੀ ਸੀ ਤੇ ਆਖਿਰਕਾਰ ਵਿਅਕਤੀ ਨੂੰ ਲੱਭਿਆ ਗਿਆ ਤੇ ਉਸ ਦੀ ਜਾਨ ਬਚਾਈ ਗਈ। ਅਮਰੀਕਾ ਦਾ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਖਤਰਨਾਕ ਸਾਬਿਤ ਹੋਈ। ਪੁਲਿਸ ਵੱਲੋਂ ਇੱਕ ਵਿਅਕਤੀ ਦੀ ਜਾਨ ਬਚਾਈ ਗਈ ਹੈ। ਜੰਮੀ ਬਰਫ਼ ਵਿੱਚ ਇਸ ਵਿਅਕਤੀ ਵੱਲੋਂ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜੀ ਹਾਂ, ਕਿਊਬਿਕ ਦੇ ਪੂਰਬੀ ਹਿੱਸੇ ਵਿੱਚ ਪੈਂਦੇ ਜੰਗਲ ਵਿੱਚੋਂ ਇੱਕ ਵਿਅਕਤੀ ਨੂੰ ਬਚਾਇਆ ਗਿਆ। ਇਸ ਵਿਅਕਤੀ ਦੇ ਪਰਿਵਾਰ ਨੇ ਸ਼ਨੀਵਾਰ ਸਵੇਰੇ 3 ਵਜੇ ਅਧਿਕਾਰੀਆਂ ਨੂੰ ਕਾਲ ਕੀਤੀ ਤੇ ਜਾਣਕਾਰੀ ਦਿੱਤੀ। ਪਰਿਵਾਰ ਨੇ ਦੱਸਿਆ ਸੀ ਕਿ ਇਸ ਵਿਅਕਤੀ ਨੇ ਕਰੀਬ 13 ਘੰਟੇ ਪਹਿਲਾਂ ਅਮਰੀਕਾ ਵੱਲ ਨੂੰ ਸਫ਼ਰ ਸ਼ੁਰੂ ਕੀਤਾ। ਆਰਸੀਐਮਪੀ ਅਫਸਰ ਇਸ ਵਿਅਕਤੀ ਦੀ ਆਖਰੀ ਜਾਣੂ ਲੋਕੇਸ਼ਨ ਤੇ ਪਹੁੰਚੇ ਤੇ ਉਹਨਾਂ ਨੂੰ ਉਸਦੇ ਪੈਰਾਂ ਦੇ ਨਿਸ਼ਾਨ ਮਿਲ ਗਏ। ਅਧਿਕਾਰੀਆਂ ਨੇ ਕਾਫੀ ਦੂਰ ਤੱਕ ਉਸ ਦਾ ਪਿੱਛਾ ਕੀਤਾ। ਇਸ ਦੌਰਾਨ ਸੂਬਾਈ ਪੁਲਿਸ ਨੂੰ ਵੀ ਮਦਦ ਵਾਸਤੇ ਬੁਲਾਇਆ ਗਿਆ ਤੇ ਅਮਰੀਕੀ ਬਾਰਡਰ ਪੈਟਰੋਲ ਨੂੰ ਵੀ ਸਥਿਤੀ ਬਾਰੇ ਅਲਰਟ ਕਰ ਦਿੱਤਾ ਗਿਆ। ਆਰਸੀਐਮਪੀ ਦੀ ਸਪੋਕਸਪਰਸਨ ਵੱਲੋਂ ਦੱਸਿਆ ਗਿਆ ਕਿ ਸਰਹੱਦ ਪਾਰ ਦੀ ਤਲਾਸ਼ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਸੀ। ਆਖਿਰ ਵਿੱਚ ਇਹ ਵਿਅਕਤੀ ਕਿਊਬੈਕ ਦੇ ਇੱਕ ਕਸਬੇ ਵਿੱਚ ਕਬਰਿਸਤਾਨ ਕੋਲ ਮਿਲਿਆ। ਇਹ ਕਬਰਿਸਤਾਨ ਅਮਰੀਕਾ ਦੀ ਸਰਹੱਦੀ ਸ਼ਹਿਰ ਵਰਮੌਂਟ ਤੇ ਸਿਰਫ 800 ਮੀਟਰ ਦੀ ਦੂਰੀ ਤੇ ਸਥਿਤ ਹੈ। ਦੱਸਿਆ ਗਿਆ ਕਿ ਇਹ ਵਿਅਕਤੀ ਹੋਸ਼ ਦੀ ਹਾਲਤ ਦੇ ਵਿੱਚ ਪੁਲਿਸ ਨੂੰ ਮਿਲਿਆ, ਪਰ ਰਾਤ ਭਰ ਜਮਾਉਣ ਵਾਲੀ ਠੰਡ ਅੰਦਰ ਬਾਹਰ ਰਹਿਣ ਕਰਕੇ ਉਸ ਦੀ ਸਿਹਤ ਵਿਗੜੀ ਹੋਈ ਸੀ। ਫਿਰ ਉਸ ਨੂੰ ਇਲਾਜ ਵਾਸਤੇ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੇ ਅਧਿਕਾਰੀ 3 ਫੁੱਟ ਬਰਫ਼ ਦੇ ਵਿੱਚ ਤੁਰਦੇ ਰਹੇ। ਮੌਸਮ ਕਾਰਨ ਇਹ ਹੋਰ ਵੀ ਮੁਸ਼ਕਿਲ ਹੋ ਰਿਹਾ ਸੀ। ਦੱਸੀਏ ਕਿ ਪਿਛਲੇ ਸਾਲ ਮੈਨੀਟੋਬਾ ਸੂਬੇ ਵਿੱਚ ਕੈਨੇਡਾ ਯੂਐਸ ਬਾਰਡਰ ਨਜ਼ਦੀਕ ਇੱਕ ਭਾਰਤੀ ਪਰਿਵਾਰ ਦੀਆਂ ਲਾਸ਼ਾਂ ਬਰਾਮਦ ਹੋਈਆਂ। 4 ਜੀਆਂ ਦਾ ਪਰਿਵਾਰ ਬਾਰਡਰ ਟੱਪ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ਵਿੱਚ ਸੀ, ਪਰ ਬੇਹੱਦ ਬਰਫੀਲੇ ਮੌਸਮ ਵਿੱਚ ਪਰਿਵਾਰ ਦੀਆਂ ਜੰਮੀਆਂ ਹੋਈਆਂ ਲਾਸ਼ਾਂ ਪੁਲਿਸ ਨੂੰ ਬਰਾਮਦ ਹੋਈਆਂ। ਇਸ ਤੋਂ ਇਲਾਵਾ ਇਸ ਮਹੀਨੇ ਕਿਊਬੈਕ ਦੇ ਰੌਕਸਮ ਰੋਡ ਨੇੜੇ ਵੀ ਪ੍ਰਵਾਸੀ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਵਿਅਕਤੀ ਇੱਕ ਪ੍ਰਵਾਸੀ ਸੀ ਜੋ ਕਿ ਅਣਅਧਿਕਾਰਤ ਬਾਰਡਰ ਨੂੰ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ। 44 ਸਾਲ ਦੇ ਰਿਚਰਡ ਦੀ ਮੌਤ ਬਹੁਤ ਜ਼ਿਆਦਾ ਠੰਡ ਹੋਣ ਕਾਰਨ ਹੋਈ ਤੇ ਹੁਣ ਇੱਕ ਅਜਿਹਾ ਤਾਜ਼ਾ ਮਾਮਲਾ ਸਾਹਮਣੇ ਆਇਆ, ਪਰ ਇਸ ਦੌਰਾਨ ਰਾਹਤ ਦੀ ਖਬਰ ਰਹੀ ਕਿ ਵਿਅਕਤੀ ਦੀ ਆਰਸੀਐਮਪੀ ਵੱਲੋਂ ਜਾਨ ਬਚਾ ਲਈ ਗਈ। ਇਸ ਹਫ਼ਤੇ ਕੈਨੇਡਾ ਦੀ ਆਰਥਿਕਤਾ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਆਰਥਿਕਤਾ ਵਿੱਚ ਪਹਿਲਾਂ ਦੇ ਮੁਕਾਬਲੇ ਮਾਮੂਲੀ ਸੁਧਾਰ ਹੋਇਆ। ਇਸ ਵਿੱਚ 0.1% ਦੇ ਸੁਧਾਰ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਹੋਰ ਵੀ ਅੰਕੜੇ ਸਾਂਝੇ ਕੀਤੇ ਗਏ। ਕੈਨੇਡਾ ਦੀ ਆਰਥਿਕਤਾ ਦੇ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਹਮਣੇ ਆਈ ਹੈ, ਜਿਸ ਮੁਤਾਬਕ ਆਰਥਿਕਤਾ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਸੁਧਾਰ ਦਰਜ ਕੀਤਾ ਜਾ ਰਿਹਾ ਹੈ। ਇਸ ਅੰਦਰ ਮਾਮੂਲੀ ਵਾਧਾ ਦਰਜ ਕੀਤਾ ਗਿਆ। ਅੰਕੜੇ ਦੱਸਦੇ ਨੇ ਕਿ ਨਵੰਬਰ ਮਹੀਨੇ ਦੌਰਾਨ ਆਰਥਿਕਤਾ ਵਿੱਚ 0.1% ਦਾ ਮਾਮੂਲੀ ਵਾਧਾ ਹੋਇਆ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਬਾਰੇ ਅੰਕੜੇ ਜਾਰੀ ਕੀਤੇ ਗਏ, ਜਿਨ੍ਹਾਂ ਮੁਤਾਬਕ ਦਸੰਬਰ ਮਹੀਨੇ ਅਰਥਚਾਰੇ ਵਿੱਚ ਖੜੋਤੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਚੌਥੀ ਤਿਮਾਹੀ ਵਿੱਚ ਸਾਲਾਨਾ ਪੱਧਰ ਤੇ ਜੀਡੀਪੀ ਵਿਕਾਸ ਦਰ 1.6% ਰਹੀ। ਤੀਸਰੀ ਤਿਮਾਹੀ ਵਿੱਚ ਅਰਥਚਾਰੇ ਅੰਦਰ ਸਾਲਾਨਾ ਵਿਕਾਸ ਦਰ 2.9% ਦਰਜ ਕੀਤੀ ਗਈ।
ਨਵੰਬਰ ਮਹੀਨੇ GDP ਵਿੱਚ ਵਾਧਾ ਮੁੱਖ ਤੌਰ ਤੇ ਪਬਲਿਕ ਸੈਕਟਰ ਜਿਵੇਂ ਕਿ ਟਰਾਂਸਪੋਰਟੇਸ਼ਨ ਅਤੇ ਵੇਅਰ ਹਾਊਸਿੰਗ, ਇਸ ਤੋਂ ਇਲਾਵਾ ਵਿੱਤ ਅਤੇ ਇੰਸ਼ੋਰੈਂਸ ਵਿੱਚ ਦਰਜ ਕੀਤਾ ਗਿਆ। ਪਰ ਇਸ ਦੌਰਾਨ ਉਸਾਰੀ ਅਤੇ ਫੂਡ ਸੇਵਾਵਾਂ ਦੇ ਖੇਤਰ ਵਿੱਚ ਗਿਰਾਵਟ ਦਰਜ ਕੀਤੀ ਗਈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸਾਲ 2022 ਦੇ ਵਾਸਤੇ ਅਨੁਮਾਨਿਤ ਆਰਥਿਕਤਾ ਵਾਧਾ 3.8% ਰਿਹਾ ਤੇ ਹੁਣ ਉਨ੍ਹਾਂ ਵੱਲੋਂ ਤਾਜ਼ਾ ਅੰਕੜੇ ਪੇਸ਼ ਕਰਦਿਆਂ ਦੱਸਿਆ ਗਿਆ ਕਿ ਮੌਜੂਦਾ ਸਮੇਂ ਆਰਥਿਕਤਾ ਕਿਸ ਤਰ੍ਹਾਂ ਹੈ। ਅਮਰੀਕਾ ਮੈਕਸੀਕੋ ਬਾਰਡਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਟੱਪ ਕੇ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਉਹਨਾਂ ਕੋਲੋਂ ਕਾਫੀ ਜ਼ਿਆਦਾ ਪੈਸੇ ਵਸੂਲੇ ਜਾ ਰਹੇ ਨੇ। ਖਾਸ ਤੌਰ ਦੇ ਉੱਪਰ ਭਾਰਤੀਆਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਕੋਲੋਂ ਭਾਰੀ ਰਕਮ ਮੰਗੀ ਜਾ ਰਹੀ ਹੈ। ਮੈਕਸੀਕੋ ਅਮਰੀਕਾ ਬਾਰਡਰ ਨਾਲ ਜੁੜਿਆ ਹੋਇਆ ਵੱਡਾ ਖੁਲਾਸਾ ਹੋਇਆ, ਜਿੱਥੇ ਦੱਸਿਆ ਗਿਆ ਹੈ ਕਿ ਮੈਕਸੀਕੋ ਤੋਂ ਅਮਰੀਕਾ ਵਿੱਚ ਦਾਖਲਾ ਲੈਣ ਵਾਸਤੇ ਭਾਰਤੀਆਂ ਤੋਂ ਕਿੰਨੇ ਪੈਸੇ ਲਏ ਜਾ ਰਹੇ ਨੇ। ਦਰਅਸਲ ਐਰੀਜ਼ੋਨਾ ਦੇ ਕੋਚਸ ਕਾਉਂਟੀ ਦੇ ਸ਼ੈਰਿਫ ਵੱਲੋਂ ਵਾਸ਼ਿੰਗਟਨ ਵਿੱਚ ਸੰਸਦ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਕੇ ਕੁਝ ਲੋਕ ਅਮਰੀਕਾ ਦਾਖਲ ਹੋ ਰਹੇ ਨੇ ਤੇ ਸਰਹੱਦ ਪਾਰ ਕਰਨ ਵਾਸਤੇ ਮਦਦ ਲਈ ਉਹਨਾਂ ਵੱਲੋਂ ਭਾਰੀ ਰਕਮ ਚੁਕਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹਨਾਂ ਕੋਲੋਂ $21,000 ਤੱਕ ਵਸੂਲੇ ਜਾ ਰਹੇ ਨੇ। ਦੱਸ ਦਈਏ ਕਿ ਡੈਨੀਅਲਸ ਨੇ ਇਸ ਹਫ਼ਤੇ ਸਦਨ ਦੀ ਕਮੇਟੀ ਦੇ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਸਾਂਝੀ ਕੀਤੀ, ਜਿੱਥੇ ਉਹਨਾਂ ਨੇ ਦੱਸਿਆ ਕਿ ਇੱਕ ਗਰੁੱਪ ਵੱਲੋਂ ਐਂਟਰੀ ਕਰਵਾਉਣ ਲਈ ਘੱਟੋ-ਘੱਟ $7,000 ਵਸੂਲੇ ਗਏ। ਉਹ ਕਹਿੰਦੇ ਨੇ ਕਿ ਮੈਕਸੀਕੋ ਨਾਲ ਲੱਗਦੀ ਸਰਹੱਦ ਸੁਰੱਖਿਅਤ ਨਹੀਂ ਹੈ। ਅਮਰੀਕਾ ਦੀ ਦੱਖਣੀ ਸਰਹੱਦ ਤੇ ਅੰਤਰਰਾਸ਼ਟਰੀ ਅਪਰਾਧਿਕ ਸੰਗਠਨਾਂ ਦਾ ਕਬਜ਼ਾ ਹੋ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤੀਆਂ ਤੋਂ $21,000 ਤੱਕ ਲਏ ਜਾ ਰਹੇ ਨੇ। ਜ਼ਿਕਰਯੋਗ ਹੈ ਕਿ ਬਾਰਡਰ ਦਾ ਇਹ ਮਾਮਲਾ ਅਮਰੀਕਾ ਵਿੱਚ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਦੋਂ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਸਰਹੱਦ ਦੇ ਉੱਪਰ ਲੱਗੀਆਂ ਪਾਬੰਦੀਆਂ ਖਤਮ ਕਰਨ ਦਾ ਐਲਾਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਕਈ ਗਵਰਨਰਸ ਇਸ ਦਾ ਵਿਰੋਧ ਕਰ ਰਹੇ ਨੇ। ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਮਾਈਗ੍ਰੈਂਟਸ ਵੱਲੋਂ ਅਮਰੀਕਾ ਗੈਰ ਕਾਨੂੰਨੀ ਤਰੀਕੇ ਨਾਲ ਦਾਖਲਾ ਲਿਆ ਜਾ ਰਿਹਾ ਹੈ, ਜਿਸ ਦੇ ਆંકੜੇ ਵੀ ਹੈਰਾਨ ਕਰਨ ਵਾਲੇ ਸਾਹਮਣੇ ਆ ਰਹੇ ਨੇ। ਤੇ ਹੁਣ ਖਬਰ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਕਿੰਨੇ ਪੈਸੇ ਭਾਰਤੀਆਂ ਕੋਲੋਂ ਬਾਰਡਰ ਪਾਰ ਕਰਨ ਲਈ ਵਸੂਲੇ ਜਾ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਨਸ਼ਾ ਲੀਗਲ ਕੀਤਾ ਗਿਆ ਹੈ। ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਹੁਣ 2.5 ਗ੍ਰਾਮ ਨਸ਼ਾ ਰੱਖਣਾ ਲੀਗਲ ਹੋਵੇਗਾ। ਜੇਕਰ ਕਿਸੇ ਕੋਲ ਇੰਨਾ ਨਸ਼ਾ ਹੈ ਤੇ ਉਸ ਦੇ ਉੱਪਰ ਪਰਚਾ ਨਹੀਂ ਕੀਤਾ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਨਸ਼ੇ ਨੂੰ ਲੈ ਕੇ ਇੱਕ ਅਹਿਮ ਫੈਸਲਾ ਕੀਤਾ ਗਿਆ ਹੈ। ਹੁਣ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਜਿਹੜੇ ਅਡਲਟਸ ਨੇ ਉਹਨਾਂ ਵਾਸਤੇ 2.5 ਗ੍ਰਾਮ ਕੋਕੇਨ, ਹੈਰੋਇਨ, ਅਫੀਮ, ਫੈਂਟਨਲ ਜਾਂ ਫਿਰ ਮੈਥਮਫੈਟਾਮਾਈਨ ਨੂੰ ਲੀਗਲਾਈਜ਼ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। And public safety numbers are telling us that this remains in the public interest. So this is, I think, fantastic because British Columbia has the ability to produce those data sets and is already doing the kind of law enforcement training. We want that this is about decriminalizing people, and we want to make sure that people using drugs, that the stigma is reduced so that they feel more comfortable accessing health and social services and treatment, being able to seek help. But whether it's paramedic calls, whether it's visits to the emergency department, whether it's petty crime, there are indicators that the BC Centre for Substance Use and Health Canada have been working on. We will, Katie, have sharing the data regularly and with the oversight body that's being paid for by the Canadian Institutes of Health Research. But then there'll be a quarterly dashboard where the raw data will be available to Canadians and to other jurisdictions contemplating such an application, and that we will be able to see the trend lines to see whether the public health, public safety indicators are in the public interest. Long before a person has died, that there are things that we need to be monitoring, and we know that because of the toxic drug supply, that for people to access regulated supply of drugs rather than going to the street for their drugs is also going to be very important in terms of preventing
deaths. ਪੰਜਾਬੀ ਵੱਲੋਂ 3 ਸਟੋਰਾਂ ਦੇ ਉੱਪਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਇਸ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਕਿਹੜੇ ਸਟੋਰਾਂ ਦੇ ਉੱਪਰ ਇਸ ਵੱਲੋਂ ਚੋਰੀ ਦੀ ਕੋਸ਼ਿਸ਼ ਕੀਤੀ ਗਈ ਤੇ ਕਿਸ ਤਰ੍ਹਾਂ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ, ਇਸ ਬਾਰੇ ਵੀ ਪੁਲਿਸ ਵੱਲੋਂ ਡਿਟੇਲ ਦਿੱਤੀ ਗਈ। ਚਾਕੂ ਦੀ ਨੋਕ ਉੱਪਰ 3 ਸਟੋਰ ਲੁੱਟੇ ਗਏ ਤਾਂ ਪੁਲਿਸ ਨੇ ਇਸ ਸੰਬੰਧੀ ਕਾਰਵਾਈ ਕੀਤੀ। ਕਾਰਵਾਈ ਕਰਦਿਆਂ ਲੁੱਟ ਕਰਨ ਵਾਲੇ ਵਿਅਕਤੀ ਨੂੰ ਕਾਬੂ ਵਿੱਚ ਕੀਤਾ ਗਿਆ। ਟੋਰਾਂਟੋ ਪੁਲਿਸ ਵੱਲੋਂ ਇਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਚਾਕੂ ਦੀ ਨੋਕ ਦੇ ਉੱਪਰ ਇੱਕ ਵਿਅਕਤੀ ਵੱਲੋਂ 3 ਸਟੋਰਾਂ ਉੱਪਰ ਚੋਰੀ ਕੀਤੀ ਗਈ ਹੈ। ਇੰਨਾ ਹੀ ਨਹੀਂ, ਉਸ ਵੱਲੋਂ ਕਰਮਚਾਰੀ ਦੇ ਉੱਪਰ ਵੀ ਚਾਕੂ ਨਾਲ ਹਮਲਾ ਕੀਤਾ ਗਿਆ। ਵਧੇਰੇ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਕਿ ਤਿੰਨੋਂ ਚੋਰੀ ਦੀਆਂ ਘਟਨਾਵਾਂ ਫਿੰਚ ਐਵੀਨਿਊ ਵੈਸਟ ਅਤੇ ਕੀਲ ਸਟਰੀਟ ਦੇ ਨਾਲ ਜੁੜੀਆਂ ਹੋਈਆਂ ਨੇ, ਜੋ ਕਿ 25 ਜਨਵਰੀ ਤੋਂ 29 ਜਨਵਰੀ ਦਰਮਿਆਨ ਵਾਪਰੀਆਂ ਨੇ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਤਿੰਨਾਂ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਚੋਰੀ ਕਰਨ ਵਾਲਾ ਚਾਕੂ ਲੈ ਕੇ ਸਟੋਰ ਵਿੱਚ ਦਾਖਲ ਹੁੰਦਾ ਸੀ ਤੇ ਚੈੱਕਆਊਟ ਕਾਊਂਟਰ ਦੇ ਉੱਪਰ ਉਸ ਵੱਲੋਂ ਚਾਕੂ ਦਿਖਾ ਕੇ ਪੈਸੇ ਦੀ ਮੰਗ ਕੀਤੀ ਜਾਂਦੀ ਸੀ। 3 ਵਿੱਚੋਂ 2 ਥਾਵਾਂ ਤੋਂ ਤਾਂ ਉਸ ਨੂੰ ਪੈਸੇ ਮਿਲ ਗਏ, ਪਰ 29 ਜਨਵਰੀ ਦੌਰਾਨ ਜਿਹੜੀ ਵਾਰਦਾਤ ਸਾਹਮਣੇ ਆਈ, ਉੱਥੇ ਚੋਰੀ ਕਰਨ ਵਾਲੇ ਨੇ ਕਰਮਚਾਰੀ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਤੇ ਫਿਰ ਇੱਥੋਂ ਫਰਾਰ ਹੋ ਗਿਆ। ਚਾਕੂ ਲੱਗਣ ਕਾਰਨ ਕੰਮ ਕਰਨ ਵਾਲੇ ਨੂੰ ਹਲਕੀਆਂ ਸੱਟਾਂ ਆਈਆਂ। ਪੁਲਿਸ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੀ ਤੇ ਉਹਨਾਂ ਵੱਲੋਂ ਸਸਪੈਕਟ ਨੂੰ ਹਿਰਾਸਤ ਵਿੱਚ ਲਿਆ ਗਿਆ। ਦੱਸ ਦਈਏ ਕਿ ਚੋਰੀ ਦੀਆਂ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਭਾਰਤੀ ਮੂਲ ਦਾ ਦੱਸਿਆ ਜਾ ਰਿਹਾ ਹੈ, ਜਿਸ ਦੀ ਪਹਿਚਾਣ ਵੀ ਜਨਤਕ ਕਰ ਦਿੱਤੀ ਗਈ। ਇਸ ਦਾ ਨਾਮ ਮਨਵੀਰ ਬੌਬੀ ਉੱਪਲ ਦੇ ਤੌਰ ਤੇ ਉੱਪਰ ਦੱਸਿਆ ਗਿਆ, ਜਿਸ ਦੀ ਉਮਰ 30 ਸਾਲ ਦੇ ਕਰੀਬ ਤੇ ਉਹ ਮਿਸੀਸਾਗਾ ਦੇ ਨਾਲ ਜੁੜਿਆ ਹੋਇਆ ਹੈ। ਇਸ ਉੱਪਰ ਚਾਰजेस ਵੀ ਲਗਾਏ ਗਏ ਨੇ ਤੇ ਪੁਲਿਸ ਮਾਮਲੇ ਦੀ ਵਧੇਰੇ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ 'ਚ ਆਈ ਪਾਇਲਟਾਂ ਦੀ ਕਮੀ, ਉਡਾਨਾਂ ਹੋ ਰਹੀਆਂ ਨੇ ਰੱਦ। ਪੰਜਾਬੀ ਵੱਲੋਂ 3 ਸਟੋਰਾਂ ਤੇ ਚੋਰੀ, ਪੁਲਿਸ ਨੇ ਕੀਤਾ ਗ੍ਰਿਫਤਾਰ। ਬਰਫ਼ ਵਿੱਚ ਬਾਰਡਰ ਪਾਰ ਕਰਨਾ ਬਣਿਆ ਖਤਰਨਾਕ, ਆਰਸਨੈਕ ਦੀ ਬਚਾਈ ਵਿਅਕਤੀ ਦੀ ਜਾਨ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਨਸ਼ਾ ਕੀਤਾ ਲੀਗਲ, ਦੇਸ਼ਾਂ ਦੇ 5 ਗ੍ਰਾਮ ਨਸ਼ਾ ਰੱਖਣ ਤੇ ਨਹੀਂ ਹੋਵੇਗਾ ਪਰਚਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮਨਿੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।